ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਕੀ ਵਾਰ ਦਾ ਜਿਹੜਾ ਆਪਾਂ ਟੌਪਿਕ ਪਿਛਲੇ ਹਫ਼ਤੇ ਸ਼ੁਰੂ ਕੀਤਾ ਸੀਗਾ, ਉਹਦੇ ਵਿੱਚ ਆਪਾਂ ਆਪਣੀ ਬਰੀਫ ਇੰਟਰੋਡਕਸ਼ਨ ਜਿਹੜੀ ਹੈ ਉਹਦੇ ਬਾਰੇ ਵਿਚਾਰ ਕੀਤੀ ਸੀ। ਤੇ ਅੱਜ ਆਪਾਂ ਅੱਗੇ ਚੱਲਦੇ ਹੋਏ ਜਿਹੜਾ ਪਹਿਲਾ ਸ਼ਲੋਕ ਹੈ, ਇਹਨੂੰ ਆਪਾਂ ਵਿਚਾਰ ਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸਾਡੇ ਵਾਸਤੇ ਇਸ ਸ਼ਲੋਕ ਦੇ ਵਿੱਚ ਕੀ ਮੈਸੇਜ ਹੈ ਤੇ ਅਸੀਂ ਇਹਨੂੰ ਕਿਵੇਂ ਜੀ ਪਾਵਾਂਗੇ। ਸੋ ਸ਼ਲੋਕ ਹੈ ਜੀ, ਸ਼ਲੋਕ ਮਹੱਲਾ ਪਹਿਲਾ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ। ਕਿ ਆਪਣੇ ਗੁਰ ਦੇ ਅੱਗੇ ਹਾਰ ਮੰਨ ਲੈਣੀ। ਗੁਰੂ ਨਾਨਕ ਸਾਹਿਬ ਸਾਨੂੰ ਮੈਸੇਜ ਦੇ ਰਹੇ ਨੇ, ਸਾਨੂੰ ਸਮਝਾ ਰਹੇ ਨੇ ਕਿ ਆਪਣੇ ਗਿਆਨ ਤੋਂ ਹਾਰ ਮੰਨ ਲੈਣਾ ਸਾਡੇ ਵਾਸਤੇ ਚੰਗਾ ਬਣ ਜਾਏਗਾ, ਅੱਛਾ ਬਣ ਜਾਏਗਾ, ਜੇ ਅਸੀਂ ਇਹਨੂੰ ਸਮਝ ਲਵਾਂਗੇ ਕਿ ਮੈਂ ਜਿਹੜਾ ਆਪਣੇ ਜੀਵਨ ਨੂੰ ਮਾਇਆ ਦੇ ਸਫ਼ਰ ਵਿੱਚ ਫਸਾਇਆ ਸੀ, ਮਾਇਆ ਦੇ ਸੁਪਨਿਆਂ ਦੇ ਗੇੜ ਦੇ ਵਿੱਚ ਆਪਣੇ ਜੀਵਨ ਨੂੰ ਟਰੈਪ ਕੀਤਾ ਹੋਇਆ ਸੀ, ਉਹ ਗਿਆਨ ਨੇ ਮੈਨੂੰ ਜਿਹੜਾ ਹੈ ਉਹਦੇ ਵਿੱਚੋਂ ਬਾਹਰ ਕੱਢਣ ਦੇ ਵਿੱਚ ਹੈਲਪ ਕੀਤੀ ਹੈ। ਸੋ ਉਸ ਗਿਆਨ ਦੇ ਅੱਗੇ ਬਾਰ-ਬਾਰ ਵਾਰੇ ਜਾਣਾ, ਉਸ ਗਿਆਨ ਨੂੰ ਬਾਰ-ਬਾਰ ਯਾਦ ਕਰਦੇ ਰਹਿਣਾ, ਇਹ ਸਾਨੂੰ ਜਿਹੜਾ ਹੈ ਸਨੇਹਾ ਇਸ ਕਰਕੇ ਬਹੁਤ ਜ਼ਿਆਦਾ ਇੰਪੋਰਟੈਂਟ, ਬਹੁਤ ਜ਼ਿਆਦਾ ਜ਼ਰੂਰੀ ਸਾਡੇ ਵਾਸਤੇ ਬਣ ਜਾਂਦਾ ਹੈ। ਕਿਉਂਕਿ ਜਦੋਂ ਅਸੀਂ ਆਪਣੇ ਮਾਇਆ ਦੇ ਸਫ਼ਰ ਨੂੰ ਅੱਗੇ ਚਲਾਉਂਦੇ ਹਾਂ ਤਾਂ ਉਸ ਸਫ਼ਰ ਤੇ ਚੱਲਦਿਆਂ ਬਹੁਤ ਵਾਰੀ ਸਾਡਾ ਜਿਹੜਾ ਮਨ ਹੈ ਉਹ ਫੇਰ ਉਸ ਮਾਇਆ ਦੇ ਸੁਪਨਿਆਂ ਦੇ ਵਿੱਚ ਟਰੈਪ ਹੁੰਦਾ ਰਹਿੰਦਾ, ਉਹਦੇ ਵਿੱਚ ਫਸਦਾ ਰਹਿੰਦਾ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਸਾਨੂੰ ਸਿਖਾ ਰਹੇ ਨੇ, ਸਾਨੂੰ ਦੱਸ ਰਹੇ ਨੇ ਕਿ ਉਸ ਗਿਆਨ ਤੋਂ ਹਾਰ ਮੰਨ ਲਓ ਜਿਸ ਗਿਆਨ ਨੇ ਤੁਹਾਡੇ ਜੀਵਨ ਦੇ ਵਿੱਚ ਜਿਹੜਾ ਹੈ ਤੁਹਾਨੂੰ ਆਪਣੀ ਅਧਿਆਤਮਕ ਜਰਨੀ ਦੇ ਵਿੱਚ, ਆਪਣੇ ਸਪਿਰਿਚੁਅਲ ਪਾਥ ਦੇ ਵਿੱਚ ਚੱਲਣ ਦੇ ਵਿੱਚ ਸਪੋਰਟ ਕਰਨੀ ਹੈ। ਔਰ ਤੁਹਾਨੂੰ ਜਿਹੜਾ ਮਾਇਆ ਦਾ ਸਫ਼ਰ ਹੈ ਉਹਦੇ ਵਿੱਚ ਜਿਹੜੀਆਂ ਤੁਹਾਡੇ ਮੈਂਟਲ ਚੈਲੰਜਸ ਨੇ ਉਹਨਾਂ ਨੂੰ ਕਿਵੇਂ ਅਸੀਂ ਸਮਝੀਏ ਔਰ ਕਿਵੇਂ ਉਹਨਾਂ ਦੇ ਵਿੱਚੋਂ ਦੀ ਜੀਵਨ ਸਫ਼ਰ ਤੈਅ ਕਰਦੇ ਹੋਏ ਅੱਗੇ ਨਿਕਲ ਜਾਈਏ। ਸੋ ਇਸ ਮੈਸੇਜ ਨੂੰ ਅਸੀਂ ਜੀਣਾ, ਇਹਨੂੰ ਸਮਝਣਾ, ਕਿਉਂਕਿ ਮੇਰੇ ਕੋਲ ਉਹ ਗਿਆਨ ਨਹੀਂ ਹੈ ਤੇ ਪਰ ਗੁਰਬਾਣੀ ਮੈਨੂੰ ਉਹ ਗਿਆਨ ਦੇ ਰਹੀ ਹੈ। ਇਸ ਕਰਕੇ ਅਸੀਂ ਗੁਰਬਾਣੀ ਤੋਂ ਇਹ ਸਿੱਖਿਆ ਲੈ ਕੇ ਆਪਣੇ ਜੀਵਨ ਦੇ ਵਿੱਚ ਇਹਨੂੰ ਢਾਲਣ ਦੀ ਕੋਸ਼ਿਸ਼ ਜ਼ਰੂਰ ਕਰੀਏ। ਸੋ ਕੁਝ ਇਹਦੇ ਨਾਲ ਜੁੜੇ ਹੋਏ ਕੁਐਸਚਨਸ ਨੇ ਜਿਨ੍ਹਾਂ ਨੂੰ ਆਪਾਂ ਵਿਚਾਰਾਂਗੇ ਨਹੀਂ, ਪਰ ਅਸੀਂ ਓਪਨ ਰੱਖਣਾ ਚਾਹੁੰਦੇ ਹਾਂ, ਸਾਰਿਆਂ ਵਾਸਤੇ ਨੇ ਕਿ ਕੀ ਮੈਂ ਕਿਸੇ ਚੀਜ਼ ਤੋਂ ਜਾਂ ਕਿਸੇ ਇਨਸਾਨ ਤੋਂ ਆਪਣੀ ਜ਼ਿੰਦਗੀ ਦੇ ਵਿੱਚ ਬਲਿਹਾਰ ਜਾਨਾ, ਕੁਰਬਾਨ ਜਾਨਾ, ਤੇ ਜੇ ਇੱਦਾਂ ਹੁੰਦਾ ਹੈ ਤਾਂ ਉਹ ਕਿਉਂ ਹੁੰਦਾ ਹੈ? ਕੀ ਕੋਈ ਐਸਾ ਮਾਇਆ ਦੇ ਵਿੱਚ ਵੀ ਗਿਆਨ ਹੈ ਜਿਹਦੇ ਤੋਂ ਮੈਂ ਬਲਿਹਾਰ ਗਿਆ? ਜੇ ਅਸੀਂ ਇਹਨਾਂ ਸਵਾਲਾਂ ਨੂੰ ਸਮਝਣ ਦੇ ਵਿੱਚ ਸਮਰੱਥ ਹੋ ਗਏ ਤਾਂ ਹੋ ਸਕਦਾ ਹੈ ਸਾਨੂੰ ਗੁਰੂ ਨਾਨਕ ਸਾਹਿਬ ਦੇ ਦੱਸੇ ਹੋਏ ਇਸ ਮੈਸੇਜ ਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲੇ ਔਰ ਆਪਣੇ ਜੀਵਨ ਦੇ ਵਿੱਚ ਇਹਨੂੰ ਢਾਲਣ ਦੇ ਵਿੱਚ ਸਹਾਇਤਾ ਵੀ ਮਿਲੇ। ਪਰ ਪਹਿਲਾਂ ਸਾਨੂੰ ਇਹ ਸਮਝਣਾ ਪਏਗਾ ਕਿ ਵੀ ਕੀ ਮਾਇਆ ਦੇ ਵਿੱਚ ਕਦੇ ਇੱਦਾਂ ਹੋ ਰਿਹਾ ਹੈ ਕਿ ਕੋਈ ਐਸਾ ਗਿਆਨ, ਕੋਈ ਐਸੀ ਚੀਜ਼, ਕੋਈ ਐਸਾ ਇਨਸਾਨ, ਕੋਈ ਐਸਾ ਮਿਲ ਰਿਹਾ ਜਿਹਦੇ ਤੋਂ ਮੈਂ ਕਿ ਕੁਰਬਾਨ ਜਾਨਾ। ਸੋ ਜੇ ਮੈਂ ਇਹ ਜਾਨਾ ਤਾਂ ਉਹ ਕਿਉਂ ਇਸ ਤਰ੍ਹਾਂ ਹੁੰਦਾ ਹੈ, ਉਹ ਮੇਰੀ ਉਹ ਇਮੋਸ਼ਨਸ, ਮੇਰੀਆਂ ਉਹ ਜਿਹੜੀਆਂ ਫੀਲਿੰਗਸ ਨੇ ਉਹ ਕਿਵੇਂ ਡਿਵੈਲਪ ਹੁੰਦੀਆਂ ਨੇ, ਉਹਨਾਂ ਨਾਲ ਜੁੜ ਕੇ ਅਸੀਂ ਗੁਰਬਾਣੀ ਦੀ ਇਸ ਪੰਕਤੀ ਨੂੰ ਆਪਣੇ ਜੀਵਨ ਦੇ ਵਿੱਚ ਜ਼ਿਆਦਾ ਚੰਗੀ ਤਰ੍ਹਾਂ ਢਾਲ ਸਕਾਂਗੇ। ਜਿਨੀ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਮੈਂ ਗੁਰਬਾਣੀ ਦੇ ਗਿਆਨ ਤੋਂ ਕਿਉਂ ਕੁਰਬਾਨ ਜਾਵਾਂ, ਕਿਉਂ ਇਹਦੇ ਅੱਗੇ ਹਾਰ ਮੰਨਾਂ? ਕਿਉਂਕਿ ਇੱਕ ਐਸਾ ਗਿਆਨ ਹੈ ਜਿਹੜਾ ਮੇਰੇ ਜੀਵਨ ਨੂੰ ਟਰਾਂਸਫਾਰਮ ਕਰਨ ਦੀ ਸਮਰੱਥਾ ਰੱਖਦਾ ਹੈ। ਜਿਹੜਾ ਆਪਾਂ ਆਸਾ ਦੀ ਵਾਰ ਦੇ ਸ਼ੁਰੂ ਦੇ ਵਿੱਚ ਟੁੰਡੇ ਇਸ ਰਾਜੇ ਦੀ ਗੱਲ ਕੀਤੀ, ਉਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕੀਤੀ ਕਿ ਵੀ ਟੁੰਡਾ ਮੇਰਾ ਮਨ ਹੈ ਜਿਹੜਾ ਮਾਇਆ ਦੇ ਵਿੱਚ ਫਸਿਆ ਹੋਇਆ ਹੈ।
ਗੁਰਬਾਣੀ ਸਾਨੂੰ ਇਹ ਐਸ਼ੋਰੈਂਸ ਵੀ ਦੇ ਰਹੀ ਹੈ ਕਿ ਜੇ ਅਸੀਂ ਇਸ ਗੱਲ ਨੂੰ ਮੰਨ ਲਈਏ ਕਿ ਹਾਂ ਮੇਰਾ ਇਹ ਮਨ ਹੈ ਜਿਹੜਾ ਟੁੰਡਾ ਹੈ, ਤਾਂ ਉਹ ਟੁੰਡਾ ਮਨ ਜਿਹੜਾ ਮਾਇਆ ਦੇ ਵਿੱਚ ਖਚਤ ਹੈ, ਜਿਹੜਾ ਮਾਨਸ ਸਰੀਰ ਔਰ ਉਹਦੇ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਦੇ ਵਿੱਚ ਖਚਤ ਹੈ, ਉਹਦੇ ਤੋਂ ਗੁਰਬਾਣੀ ਕਿਸ ਤਰ੍ਹਾਂ ਸਪੋਰਟ ਕਰਕੇ ਟਰਾਂਸਫਾਰਮ ਕਰਕੇ ਮੈਨੂੰ ਦੇਵਤੇ ਵਾਲੀ ਸਟੇਟ ਵਿੱਚ ਲੈ ਕੇ ਜਾਂਦੀ ਹੈ। ਇਹ ਰਿਅਲਾਈਜੇਸ਼ਨ ਜਿਹੜੀ ਹੈ, ਜੇ ਮੈਨੂੰ ਇਹ ਹੋ ਜਾਵੇ ਤਾਂ ਇਸ ਟਰਾਂਸਫਰਮੇਸ਼ਨ ਨੂੰ ਸਮਾਂ ਨਹੀਂ ਲੱਗਦਾ, ਕਿਉਂਕਿ ਮੇਰੇ ਕੋਲ ਉਸ ਰਿਅਲਾਈਜੇਸ਼ਨ ਤੋਂ ਬਾਅਦ ਵਿਲਿੰਗਨੈਸ ਹੈਗੀ ਹੈ। ਜੇ ਮੈਂ ਇਸ ਗੱਲ ਨੂੰ ਮੰਨ ਲਵਾਂ ਔਰ ਵਿਲਿੰਗਲੀ ਮੰਨ ਲਵਾਂ ਕਿ ਹਾਂ ਇਹ ਮੈਨੂੰ ਟਰਾਂਸਫਰਮੇਸ਼ਨ ਦੀ ਲੋੜ ਹੈ, ਤਾਂ ਗੁਰਬਾਣੀ ਅਸ਼ਿਓਰ ਕਰ ਰਹੀ ਹੈ, ਐਂਡੋਰਸ ਕਰ ਰਹੀ ਹੈ ਕਿ ਮਾਨਸ ਤੋਂ ਦੇਵਤੇ ਤੱਕ ਜਾਣ ਦੇ ਸਫ਼ਰ ਦੇ ਵਿੱਚ ਗੁਰਬਾਣੀ ਦੀ ਸਹਾਇਤਾ ਨਾਲ ਦੇਰ ਨਹੀਂ ਲੱਗੇਗੀ। ਉਹ ਕਹਿ ਰਹੇ ਜਿਨੀ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਦੇਰ ਹਮੇਸ਼ਾ ਉਦੋਂ ਲੱਗਦੀ ਹੈ ਜਦੋਂ ਸਾਡੇ ਕੋਲ ਵਿਲਿੰਗਨੈਸ ਨਹੀਂ ਹੁੰਦੀ ਹੈ, ਜਦੋਂ ਅਸੀਂ ਗੁਰਬਾਣੀ ਤੋਂ ਗਿਆਨ ਲੈਣ ਵਾਸਤੇ ਨਹੀਂ ਪੜ੍ਹਦੇ ਹਾਂ। ਸੋ ਜੇ ਅਸੀਂ ਇਹ ਸਮਝ ਲਈਏ, ਬਹੁਤ ਕੁਇਕਲੀ ਸਮਰਾਈਜ਼ ਕਰਨ ਲਈ, ਕਿ ਸਾਡਾ ਜਿਹੜਾ ਫੋਕਸ ਹੈ ਉਹ ਹਾਲ ਦੀ ਘੜੀ ਸਿਰਫ ਸਰੀਰ ਤੇ ਸਰੀਰ ਨਾਲ ਜੁੜੀਆਂ ਸਾਰੀਆਂ ਵਸਤੂਆਂ ਦੇ ਵਿੱਚ ਹੈ। ਜੇ ਅਸੀਂ ਇਸ ਧਿਆਨ ਨੂੰ, ਇਸ ਫੋਕਸ ਨੂੰ ਆਪਣੇ ਜੋਤ ਵੱਲ ਔਰ ਜੋਤ ਦੇ ਗੁਣਾਂ ਵੱਲ ਮੋੜੀਏ, ਤਾਂ ਸਾਡੇ ਜੀਵਨ ਦੇ ਵਿੱਚ ਵੀ ਉਹ ਬਦਲਾਅ ਆ ਸਕਦਾ ਹੈ, ਜਿਸ ਬਦਲਾਅ ਨਾਲ ਸਾਨੂੰ ਆਪਣੇ ਏਕਤਾ ਦੇ ਸਫ਼ਰ ਵਿੱਚ ਚੱਲਣ ਵਿੱਚ ਸਹਾਇਤਾ ਜ਼ਰੂਰ ਮਿਲੇਗੀ। ਸੋ ਇਹਦੇ ਵੀ ਆਪਣੇ ਕੋਲ ਸੇਮ ਇਸ ਪੰਕਤੀ ਦੇ ਨਾਲ ਜੁੜੇ 2 ਸਵਾਲ ਨੇ ਕਿ ਕੀ ਮੈਂ ਇਸ ਟਰਾਂਸਫਰਮੇਸ਼ਨ ਦੇ ਲਈ ਤਿਆਰ ਹਾਂ, ਕਿ ਮੈਂ ਇਸ ਬਦਲਾਅ ਦੇ ਲਈ ਆਪਣੇ ਆਪ ਨੂੰ ਪ੍ਰਿਪੇਅਰ ਕੀਤਾ ਹੋਇਆ। ਜੇ ਮੈਂ ਇਹ ਕੀਤਾ ਤੇ ਇਹ ਗੱਲ ਨੂੰ ਆਇਡੈਂਟੀਫਾਈ ਕਰਨਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੋ ਜਾਏਗਾ। ਕਿਹੜੀ ਐਸੀ ਚੀਜ਼, ਕਿਹੜੀ ਐਸੀ ਇਨਸਾਨ ਜਾਂ ਕੋਈ ਐਸੀ ਵਸਤੂ ਜਾਂ ਕੋਈ ਐਸੀ ਅਟੈਚਮੈਂਟ, ਕਿਹੜੀ ਐਸੀ ਚੀਜ਼ ਹੈ ਜਿਹੜੀ ਮੈਨੂੰ ਇਸ ਟਰਾਂਸਫਰਮੇਸ਼ਨ ਤੋਂ ਜਾਂ ਇਸ ਬਦਲਾਅ ਤੋਂ ਰੋਕਦੀ ਹੈ। ਇਹ ਸਵਾਲ ਵੀ ਸਾਡੇ ਸਾਰਿਆਂ ਵਾਸਤੇ ਹੈ। ਇਸ ਸਵਾਲ ਨੂੰ ਨੋਇੰਗਲੀ ਇੱਥੇ ਆਪਾਂ ਵਿਚਾਰ ਨਹੀਂ ਕਰ ਰਹੇ ਹਾਂ, ਕਿਉਂਕਿ ਉਹ ਵਿਚਾਰ ਸਾਡਾ ਆਪਣਾ ਹੋਏਗਾ। ਉਹ ਅਸੀਂ ਚਾਹੁੰਦੇ ਹਾਂ ਕਿ ਵੀ ਇਸ ਰਿਕਾਰਡਿੰਗ ਨੂੰ, ਇਸ ਵੈਬੀਨਾਰ ਨੂੰ ਸੁਣਨ ਵਾਲੇ ਆਪਣੇ ਆਪ ਨਾਲ ਇਹ ਸਵਾਲ ਉਠਾਉਣ ਔਰ ਇਹਨਾਂ ਸਵਾਲਾਂ ਦੇ ਆਪ ਜਿਹੜੇ ਹੈ ਆਪਣੇ ਜੀਵਨ ਦੇ ਵਿੱਚੋਂ ਦੀ ਆਨਸਰ ਲੱਭਣ ਦੀ ਕੋਸ਼ਿਸ਼ ਕਰਨ। ਇਹਨਾਂ ਸ਼ਬਦਾਂ ਦੇ ਨਾਲ ਅਸੀਂ ਅੱਜ ਦਾ ਜਿਹੜਾ ਵੈਬੀਨਾਰ ਹੈ ਇਸ ਸ਼ਲੋਕ ਦਾ ਇੱਥੇ ਸਮਾਪਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।